ਭਾਗ ਤੀਜਾ। ਫੋਨ ਕੱਟ ਕਰਨ ਤੋਂ ਬਾਅਦ ਉਸਨੇ ਜਦੋਂ ਆਪਣੇ ਮਾਸੜ ਜੀ ਤੋਂ ਪੁੱਛਿਆ ਤਾਂ ਉਹਨਾਂ ਨੇ ਉੱਠ ਰੂਮ ਦੀ ਕੁੰਡੀ ਲਗਾ ਲਈ ਤੇ ਉਸ ਤੇ ਝਪਟ ਪਏ। ਉਹ ਬਹੁਤ ਡਰ ਗਈ। ਉਸਨੇ ਆਪਣੇ ਮਾਸੜ ਜੀ ਨੂੰ ਕਿਹਾ ਕਿ ਉਹ ਇਹ ਕੀ ਕਰ ਰਹੇ ਹਨ, ਤਾਂ ਉਸਦੇ ਮਾਸੜ ਨੇ ਕਿਹਾ ਕਿ ਉਹ ਸ਼ਿੰਦਰ ਨਾਲ ਜਾ ਕੇ ਵੀ ਤਾਂ ਜੂਠੀ ਹੋਵੇਗੀ, ਕਿਉਂ ਨਾ ਉਹ ਪਹਿਲਾਂ ਉਸਨੂੰ ਜੂਠੀ ਕਰ ਦੇਣ। ਉਹ ਚੀਖਦੀ ਰਹੀ ਪਰ ਉਸਦੇ ਮਾਸੜ ਉਸਦਾ ਜਿਸਮ ਨੋਚਦੇ ਰਹੇ। ਪੂਰੀ ਰਾਤ ਉਸਦੇ ਮਾਸੜ ਨੇ ਪਤਾ ਨਹੀਂ ਕਿੰਨੀ ਵਾਰ ਉਸਦਾ ਜਿਸਮ ਨੋਚਿਆ। ਉਹ ਦਰਦਨਾਕ ਰਾਤ ਨੂੰ ਯਾਦ ਕਰ ਅੱਜ ਵੀ ਉਸਦਾ ਦਿਲ ਬਹਿਲ ਜਾਂਦਾ ਹੈ। ਸਾਰਾ ਕਮਰਾ ਉਸਦੀਆਂ ਚੀਖਾਂ ਨਾਲ ਦਹਿਲ ਰਿਹਾ ਸੀ, ਪਰ ਉਸਦੇ ਮਾਸੜ ਜੀ ਨੂੰ ਉਸ ਤੇ ਬਿਲਕੁਲ ਦਇਆ ਨਾ ਆਈ। ਸਵੇਰੇ ਹੋ ਫਿਰ ਉਹਨਾਂ ਉਸਦਾ ਜਿਸਮ ਨੋਚਿਆ ਤੇ ਉਸ ਨੂੰ ਧਮਕੀ ਦਿੱਤੀ ਕਿ ਉਹ ਜੇ ਕਿਸੇ ਨੂੰ ਇਸ ਬਾਰੇ ਦੱਸੇਗੀ ਤਾਂ ਇਹ ਫੋਟੋਆਂ ਤੇ ਸ਼ਿੰਦਰ ਬਾਰੇ ਸਭ ਨੂੰ ਦੱਸ ਦੇਣਗੇ। ਉਸਦੀ ਹਾਲਤ ਇੰਨੀ ਖਰਾਬ ਸੀ ਕਿ ਉਹ ਉਸ ਦਿਨ ਚੱਲ ਵੀ ਨਹੀਂ ਸੀ ਪਾ ਰਹੀ। ਉਸਦੀ ਮਾਸੀ ਜੀ ਆਏ ਤਾਂ ਉਹਨਾਂ ਉਸਦੀ ਹਾਲਤ ਦੇਖ ਪੁੱਛਿਆ ਤਾਂ ਉਸਦੇ ਮਾਸੜ ਨੇ ਕਿਹਾ ਕਿ ਉਹ ਬਿਮਾਰ ਹੈ। ਉਹ ਆਪਣੀ ਮਾਸੀ ਨੂੰ ਸਭ ਦੱਸਣ ਲੱਗੀ ਤਾਂ ਉਸ ਵਿੱਚ ਇੰਨੀ ਬੋਲਣ ਦੀ ਹਿੰਮਤ ਵੀ ਨਾ ਸੀ ਕਿ ਉਹ ਦੱਸ ਸਕੇ। ਫਿਰ ਉਸਦੇ ਮਾਸੜ ਨੇ ਉਸਨੂੰ ਇਕੱਲੀ ਪਾ ਫਿਰ ਧਮਕੀ ਦਿੱਤੀ ਕਿ ਜੇ ਉਹ ਇਹ ਸਭ ਕਿਸੇ ਨੂੰ ਦੱਸੇਗੀ ਤੇ ਉਹ ਉਸਦੇ ਬਾਪੂ ਜੀ ਨੂੰ ਸਭ ਦੱਸ ਦੇਣਗੇ। ਉਹ ਡਰ ਗਈ ਕਿ ਅਗਰ ਉਸਦੇ ਘਰ ਪਤਾ ਚੱਲਿਆ ਤਾਂ ਉਸਦੇ ਬਾਪੂ ਨੇ ਉਸਦੀ ਜਾਨ ਵੀ ਲੈ ਲੈਣੀ ਹੈ ਤੇ ਆਪਣੀ ਵੀ। ਉਸਦਾ ਹੱਸਦਾ ਵਸਦਾ ਘਰ ਉੱਜੜ ਜਾਣਾ ਹੈ। ਉਹ ਡਰੀ ਰਹੀ। ਉਧਰ ਅਗਲੇ ਦਿਨ ਉਸਨੇ ਕਾਲਜ ਜਾਣਾ ਸੀ। ਉਸਦੀ ਮਾਸੀ ਨੇ ਵੀ ਸ਼ਹਿਰ ਜਾਣਾ ਸੀ ਤਾਂ ਉਹ ਵੀ ਅਗਲੇ ਦਿਨ ਉਸਦੇ ਨਾਲ ਹੀ ਗਏ। ਉਸਦੇ ਮਾਸੜ ਜੀ ਨੇ ਉਸਦੀ ਮਾਸੀ ਨੂੰ ਛੱਡ ਫਿਰ ਉਸਨੂੰ ਕਾਲਜ ਛੱਡਿਆ। ਉਸਨੇ ਸ਼ਿੰਦਰ ਨਾਲ ਉਸ ਸ਼ਾਮ ਨੂੰ ਜਾਣਾ ਸੀ। ਉਹ ਸਵੇਰੇ ਕਾਲਜ ਆ ਗਈ ਪਰ ਹੋਸਟਲ ਹੀ ਰਹੀ ਤੇ ਕਾਲਜ ਨਾ ਗਈ। ਉਸਦੇ ਮਾਸੜ ਨੇ ਆਉਂਦੇ ਟਾਈਮ ਵੀ ਉਸਨੂੰ ਧਮਕੀਆਂ ਦਿੱਤੀਆਂ ਸਨ। ਉਹ ਪਹਿਲਾਂ ਤਾਂ ਕਾਫੀ ਦੇਰ ਰੋਂਦੀ ਰਹੀ ਪਰ ਫਿਰ ਉਸਨੇ ਉਸ ਵਕਤ ਵੀ ਮਰਨ ਦੀ ਸੋਚੀ ਸੀ। ਉਹ ਪੱਖੇ ਨਾਲ ਉਦੋਂ ਵੀ ਲਟਕਣ ਹੀ ਲੱਗੀ ਸੀ ਕਿ ਉਸਦੇ ਬਾਪੂ ਜੀ ਦਾ ਫੋਨ ਆ ਗਿਆ। ਉਸਦੇ ਬਾਪੂ ਜੀ ਦੇ ਪਿਆਰ ਨਾਲ ਗੱਲ ਕਰਨ ਤੇ ਪਿਆਰ ਨੂੰ ਦੇਖ ਉਹ ਨਾ ਤਾਂ ਉਹਨਾਂ ਨੂੰ ਕੁਝ ਦੱਸ ਸਕੀ ਤੇ ਨਾ ਹੀ ਮਰ ਸਕੀ। ਫਿਰ ਉਸਨੂੰ ਸ਼ਿੰਦਰ ਦਾ ਫੋਨ ਆਇਆ। ਉਸਨੇ ਉਸਨੂੰ ਮਿਲਣ ਤੇ ਜਾਣ ਲਈ ਕਿਹਾ। ਉਸ ਵਕਤ ਉਸਨੂੰ ਕੋਈ ਹੋਰ ਆਪਣੇ ਤੋਂ ਵੱਧ ਨੇੜੇ ਲੱਗਾ, ਉਹ ਸੀ ਸ਼ਿੰਦਰ। ਉਸਨੇ ਉਸਨੂੰ ਇਹ ਸਭ ਦੱਸਣਾ ਚਾਹਿਆ। ਉਹ ਹੋਸਟਲ ਤੋਂ ਤਿਆਰ ਹੋ ਤੁਰ ਪਈ ਉਸਨੂੰ ਮਿਲਣ। ਉਹ ਬੱਸ ਅੱਡੇ ਤੇ ਪਹੁੰਚੀ ਤਾਂ ਉਹਨਾਂ ਨੂੰ ਉੱਥੇ ਹੀ ਕਾਫੀ ਦੇਰ ਹੋ ਗਈ ਤੇ ਜਿੱਥੇ ਉਹਨਾਂ ਜਾਣਾ ਸੀ ਉਸ ਲਈ ਬੱਸ ਵੀ ਨਾ ਮਿਲੀ। ਫਿਰ ਸ਼ਿੰਦਰ ਨੇ ਉੱਥੇ ਹੀ ਕਿਸੇ ਹੋਟਲ ਵਿੱਚ ਇੱਕ ਕਮਰਾ ਲੈ ਰੁਕਣ ਦੀ ਸਲਾਹ ਦਿੱਤੀ। ਉਹ ਮੰਨ ਗਈ। ਉਸ ਵਕਤ ਉਹ ਆਪਣੇ ਹੀ ਦੁੱਖ ਵਿੱਚ ਖੋਈ ਹੋਈ ਸੀ। ਹੁਣ ਉਸਦੇ ਬਸ ਆਖਰੀ ਪੇਪਰ ਰਹਿੰਦੇ ਸਨ ਕਾਲਜ ਦੇ ਵੀ। ਉਹ ਸ਼ਿੰਦਰ ਨਾਲ ਉੱਥੇ ਰੁਕ ਗਈ। ਟਾਈਮ ਦੇਖ ਉਸਨੇ ਸ਼ਿੰਦਰ ਨੂੰ ਸਭ ਦੱਸਣਾ ਚਾਹਿਆ ਪਰ ਸ਼ਿੰਦਰ ਉਸ ਉੱਪਰ ਉਸਦੇ ਮਾਸੜ ਵਾਂਗ ਹੀ ਪਿਆਰ ਜਤਾਉਣ ਲੱਗਾ। ਹੁਣ ਉਸਨੂੰ ਇਹ ਸਭ ਤੋਂ ਘ੍ਰਿਣਾ ਹੋ ਰਹੀ ਸੀ। ਉਸਨੇ ਸ਼ਿੰਦਰ ਨੂੰ ਉੱਥੇ ਹੀ ਰੋਕ ਜੋ ਉਸ ਨਾਲ ਹੋਇਆ ਸਭ ਦੱਸਿਆ ਪਰ ਸ਼ਿੰਦਰ ਨੇ ਵੀ ਉਸ ਨਾਲ ਰਾਜ ਵਾਂਗ ਹੀ ਕੀਤਾ। ਉਸਨੇ ਵੀ ਉਸ ਨਾਲ ਉਦੋਂ ਬਹੁਤ ਬਦਸਲੂਕੀ ਕੀਤੀ ਤੇ ਕਿਹਾ ਕਿ ਕਿਸੇ ਦੀ ਝੂਠ ਨੂੰ ਉਹ ਆਪਣੇ ਸਿਰ ਨਹੀਂ ਪਾ ਸਕਦਾ ਤੇ ਉਹ ਵੀ ਤਾਂ ਸਿਰਫ ਉਸਦੇ ਜਿਸਮ ਦਾ ਰਸ ਹੀ ਚਖਣਾ ਚਾਹੁੰਦਾ ਸੀ। ਉਹ ਬਹੁਤ ਉੱਚੀ ਉੱਚੀ ਇਹ ਸਭ ਬੋਲ ਕੇ ਉਹ ਬਦਚਲਨ ਪਤਾ ਨਹੀਂ ਕੀ ਉੱਥੋਂ ਚਲਾ ਗਿਆ। ਹੁਣ ਉਹ ਉੱਥੇ ਇਕੱਲੀ ਰਹਿ ਗਈ ਸੀ। ਉਹ ਕਮਰੇ ਤੋਂ ਬਾਹਰ ਆਈ ਤਾਂ ਸਭ ਉਸ ਵੱਲ ਬੁਰੀ ਨਜ਼ਰ ਨਾਲ ਤੱਕ ਰਹੇ ਸਨ। ਉਹ ਬਚਦੀ ਬਚਾਉਂਦੀ ਪੂਰੀ ਤਰ੍ਹਾਂ ਟੁੱਟ ਗਈ ਸੀ। ਉੱਥੋਂ ਬਾਹਰ ਆ ਗਈ। ਹੁਣ ਉਸਨੂੰ ਕੋਈ ਵੀ ਕਿਨਾਰਾ ਨਹੀਂ ਸੀ ਦਿਸ ਰਿਹਾ। ਉਸਨੇ ਆਪਣੇ ਘਰ ਫੋਨ ਲਗਾਇਆ ਤੇ ਰੋਂਦੇ ਰੋਂਦੇ ਆਪਣੇ ਬਾਪੂ ਜੀ ਨੂੰ ਕਿਹਾ ਕਿ ਉਹ ਉਸਨੂੰ ਪਿੰਡ ਵਾਲੇ ਅੱਡੇ ਤੋਂ ਆ ਕੇ ਅੱਧੇ ਘੰਟੇ ਤੱਕ ਲੈ ਜਾਣ। ਉਸਦੇ ਬਾਪੂ ਜੀ ਉਸਨੂੰ ਰੋਂਦੀ ਦੇਖ ਡਰ ਗਏ ਤੇ ਕੀ ਹੋਇਆ ਪੁੱਛਣ ਲੱਗੇ ਤਾਂ ਉਸਨੇ ਕਿਹਾ ਕਿ ਉਹ ਘਰ ਆ ਕੇ ਸਭ ਦੱਸੇਗੀ। ਉਹ ਉੱਥੇ ਬੱਸ ਫੜ ਪਿੰਡ ਦੇ ਅੱਡੇ ਤੇ ਆ ਗਈ। ਉਸਦੇ ਉੱਥੋਂ ਪਹੁੰਚਣ ਤੋਂ ਪਹਿਲਾਂ ਹੀ ਉਸਦੇ ਬਾਪੂ ਜੀ ਉੱਥੇ ਖੜੇ ਸਨ। ਉਸਨੂੰ ਰੋਂਦਾ ਦੇਖ ਉਹਨਾਂ ਉਸਨੂੰ ਪੁੱਛਿਆ ਕਿ ਕੀ ਹੋਇਆ, ਪਰ ਉਹ ਗੱਲ ਲੱਗ ਉਹਨਾਂ ਦੇ
ਰੋਂਦੀ ਰਹੀ। ਫਿਰ ਉਹ ਘਰ ਆ ਗਈ ਤਾਂ ਹਨੇਰਾ ਬਹੁਤ ਹੋ ਚੁੱਕਾ ਸੀ। ਉਸਦੀ ਮਾਂ ਨੇ ਵੀ ਉਸ ਤੋਂ ਪੁੱਛਿਆ ਕਿ ਆਖਰ ਹੋਇਆ ਕੀ। ਉਹ ਗੱਲ ਲੱਗ ਰੋਂਦੀ ਰਹੀ ਤੇ ਉਸਨੇ ਉਸ ਵਕਤ ਇਹ ਦੱਸਣਾ ਹੀ ਠੀਕ ਸਮਝਿਆ ਕਿ ਉਸਦਾ ਦਿਲ ਨਹੀਂ ਲੱਗਾ ਤੇ ਬਿਮਾਰ ਹੋਣ ਦੀ ਵਜ੍ਹਾ ਉਹ ਘਰ ਆ ਗਈ। ਉਸਦੇ ਬਾਪੂ ਜੀ ਨੇ ਉਸਨੂੰ ਆਪਣੇ ਹੱਥੀਂ ਰੋਟੀ ਖਵਾ ਸੁਲਾ ਦਿੱਤਾ। ਉਹ ਨਹੀਂ ਜਾਣਦੀ ਸੀ ਕਿ ਇਹ ਉਸਨੂੰ ਉਸਦੇ ਬਾਪੂ ਜੀ ਦਾ ਆਖਰੀ ਵਾਰ ਪਿਆਰ ਮਿਲ ਰਿਹਾ ਸੀ। ਨਹੀਂ ਤਾਂ ਉਹ ਉਸ ਦਿਨ ਸੌਂਦੀ ਹੀ ਨਾ। ਅੱਧੀ ਰਾਤ ਉਸਦੀ ਉਸੇ ਖੌਫਨਾਕ ਰਾਤ ਨੂੰ ਸੁਪਨੇ ਵਿੱਚ ਸੋਚ ਅੱਖ ਖੁੱਲ੍ਹ ਗਈ। ਫਿਰ ਉਹ ਸੋ ਹੀ ਨਾ ਸਕੀ। ਉਸ ਨੂੰ ਇੰਤਜ਼ਾਰ ਸੀ ਤਾਂ ਸਵੇਰ ਦਾ, ਤਾਂ ਕਿ ਉਹ ਆਪਣੇ ਬਾਪੂ ਨੂੰ ਸਭ ਦੱਸ ਸਕੇ। ਪਰ ਉਸ ਨੂੰ ਨਹੀਂ ਸੀ ਪਤਾ ਕਿ ਇਹ ਸਵੇਰ ਚੜ੍ਹਿਆ ਦਿਨ ਉਸਦੀ ਜ਼ਿੰਦਗੀ ਹੀ ਬਦਲ ਦੇਵੇਗਾ। ਉਹ ਉੱਠੀ ਤਾਂ ਉਸਦੀ ਮਾਂ ਨੇ ਉਸਨੂੰ ਉਠਾ ਚਾਹ ਦਾ ਗਿਲਾਸ ਦਿੱਤਾ ਤਾਂ ਉਸਨੇ ਮੂੰਹ ਤੋਂ ਬੁਰਸ਼ ਕਰ ਚਾਹ ਪੀਤੀ। ਫਿਰ ਉਸਦੀ ਮਾਂ ਨੇ ਉਸ ਲਈ ਆਲੂ ਦੇ ਪਰੌਂਠੇ ਬਣਾਏ। ਉਸਨੇ ਅੱਜ 5 ਪਰੌਂਠੇ ਖਾ ਲਏ ਤੇ ਫਿਰ ਉਹ ਨਹਾਉਣ ਚਲੀ ਗਈ। ਅੱਜ ਉਹ ਘੰਟਾ ਲਾ ਜੰਮ ਕੇ ਨਹਾਈ ਤੇ ਉਸਨੂੰ ਚੰਗੀ ਤਰ੍ਹਾਂ ਆਪਣੇ ਜਿਸਮ ਦੇ ਪਏ ਉਹ ਝੂਠ ਦੇ ਨਿਸ਼ਾਨ ਸਾਫ਼ ਕੀਤੇ। ਫਿਰ ਉਸਨੇ ਆਪਣੇ ਬਾਪੂ ਤੇ ਮਾਂ ਨੂੰ ਬਿਠਾ ਲਿਆ ਤੇ ਸਾਰੀ ਗੱਲ ਦੱਸੀ ਕਿ ਕਿੱਦਾਂ ਉਸਦੇ ਮਾਸਰ ਨੇ ਉਸਦਾ ਰੇਪ ਕੀਤਾ ਤੇ ਕਿੰਜ ਉਸਦੇ ਜਿਸਮ ਤੇ ਇਹ ਨਿਸ਼ਾਨ ਛੱਡੇ। ਉਸਦੇ ਸਰੀਰ ਤੇ ਪਏ ਨਿਸ਼ਾਨ ਦੇਖ ਉਸਦੇ ਬਾਪੂ ਜੀ ਦਾ ਦਿਲ ਦਹਿਲ ਗਿਆ ਤੇ ਉਹਨਾਂ ਪੂਰੇ ਗੁੱਸੇ ਵਿੱਚ ਉਸਦੇ ਮਾਸੜ ਨੂੰ ਉਸੇ ਵਕਤ ਘਰ ਬੁਲਾਇਆ। ਰੀਤ ਨੇ ਉਹਨਾਂ ਨੂੰ ਜਿੰਦਰ ਬਾਰੇ ਵੀ ਦੱਸਿਆ ਕਿ ਕਿੰਜ ਉਹ ਮਾਸੜ ਦੇ ਕਹੇ ਤੇ ਉਸਨੇ ਉਸ ਨਾਲ ਦੋਸਤੀ ਕੀਤੀ। ਉਸਦੇ ਬਾਪੂ ਤੋਂ ਉਸਦੀ ਹਾਲਤ ਦੇਖੀ ਨਾ ਗਈ। ਉਸਦੇ ਮਾਸੀ ਤੇ ਮਾਸੜ ਵੀ ਪਹੁੰਚ ਗਏ ਉਹਨਾਂ ਘਰ। ਉਸਦੇ ਬਾਪੂ ਉਸਨੂੰ ਬੋਲਣ ਲੱਗੇ ਤਾਂ ਉਹ ਉਲਟਾ ਹੀ ਉਸਨੂੰ ਹੀ ਬੋਲਣ ਲੱਗੇ ਕਿ ਇਸਨੇ ਆਪ ਹੀ ਉਸਨੂੰ ਭਟਕਾਇਆ ਤੇ ਮਰਜ਼ੀ ਨਾਲ ਸਭ ਕੀਤਾ ਤੇ ਉਸਦੇ ਤੇ ਸ਼ਿੰਦਰ ਦੀਆਂ ਫੋਟੋਆਂ ਤੇ ਮਿਲਣ ਦੀ ਚੈਟ ਦਿਖਾ ਦਿੱਤੀ ਤੇ ਝੂਠ ਹੀ ਕਿਹਾ ਕਿ ਇਹ ਤਾਂ ਪਹਿਲਾਂ ਵੀ ਉਸ ਨਾਲ ਰਾਤਾਂ ਕੱਟਦੀ। ਫਿਰ ਕੀ ਹੋਇਆ ਜੇ ਉਸਨੇ ਵੀ ਝੂਠ ਚੱਖ ਲਈ। ਇਹ ਸੁਣਦੇ ਸਾਰ ਉਸਦੇ ਬਾਪੂ ਜੀ ਆਪੇ ਤੋਂ ਬਾਹਰ ਹੋ ਗਏ ਤੇ ਉਸਦੀ ਮਾਸੀ ਵੀ ਉਸਨੂੰ ਬੁਰਾ ਭਲਾ ਕਹਿਣ ਲੱਗੀ ਕਿ ਉਹ ਸਾਰਾ ਦਿਨ ਉਹਨਾਂ ਘਰ ਜਾ ਕੇ ਫੋਨ ਤੇ ਲੱਗੀ ਰਹਿੰਦੀ ਸੀ ਤੇ ਤਾਂ ਮਾਸਟਰ ਨਾਲ ਕਦੇ ਬਾਜ਼ਾਰ ਕਦੇ ਕਿਤੇ ਇਕੱਲੀ ਜਾਂਦੀ ਸੀ ਕਿਉਂਕਿ ਇਹ ਉਸ ਤੇ ਵੀ ਡੋਰੇ ਪਾਉਂਦੀ ਸੀ। ਉਸਦੇ ਬਾਪੂ ਤੋਂ ਇਹ ਗੱਲ ਸੁਣੀ ਨਾ ਗਈ ਅਤੇ ਉਹਨਾਂ ਉਸਦੇ ਮਾਸੀ ਮਾਸੜ ਨੂੰ ਉੱਥੋਂ ਜਾਣ ਲਈ ਕਿਹਾ ਤੇ ਸਭ ਰਿਸ਼ਤੇ ਖਤਮ ਕਰ ਦਿੱਤੇ ਉਹਨਾਂ ਨਾਲ। ਫਿਰ ਉਹਨਾਂ ਰੀਤ ਤੋਂ ਪੁੱਛਿਆ ਕਿ ਉਹ ਕਦੇ ਸ਼ਿੰਦਰ ਨੂੰ ਮਿਲਣ ਗਈ ਤਾਂ ਉਸਨੇ ਕਹਿ ਦਿੱਤਾ ਕਿ ਹਾਂ। ਇਸ ਤੋਂ ਪਹਿਲਾਂ ਕਿ ਉਹ ਦੱਸ ਪਾਉਂਦੀ ਕਿ ਜਿਵੇਂ ਉਸਦੇ ਮਾਸੜ ਕਹਿ ਰਹੇ ਹਨ ਉਹ ਉਸ ਤਰ੍ਹਾਂ ਕਦੇ ਵੀ ਉਸਨੂੰ ਨਹੀਂ ਮਿਲੀ ਤਾਂ ਉਸਦੇ ਬਾਪੂ ਜੀ ਨੇ ਆਪਣੇ ਤੇ ਉਸਦੀ ਮਾਂ ਉੱਪਰ ਤੇਲ ਪਾ ਲਿਆ ਤੇ ਉਸਨੂੰ ਮਾਚਿਸ ਦੇ ਅੱਗ ਲਗਾਉਣ ਲਈ ਕਿਹਾ। 20 ਸਾਲ ਦੀ ਉਮਰ ਵਿੱਚ ਹੀ ਉਸ ਨਾਲ ਇੰਨਾ ਕੁਝ ਹੋ ਗਿਆ ਸੀ। ਉਸਨੇ ਆਪਣੇ ਬਾਪੂ ਜੀ ਦੀਆਂ ਬਹੁਤ ਮਿੰਨਤਾਂ ਤਰਲੇ ਕੀਤੇ ਪਰ ਉਸਦੇ ਬਾਪੂ ਜੀ ਨੇ ਨਾ ਸੁਣੀ। ਫਿਰ ਉਸਨੇ ਆਪਣੇ ਉੱਪਰ ਵੀ ਤੇਲ ਪਾ ਲਿਆ ਤੇ ਅੱਗ ਲਗਾਉਣ ਲੱਗੀ ਖੁਦ ਨੂੰ ਤਾਂ ਉਸਦੇ ਬਾਪੂ ਜੀ ਨੇ ਕਿਹਾ ਕਿ ਉਹ ਚਾਵਾਂ ਤੇ ਲਾਡਾਂ ਨਾਲ ਪਾਲੀ ਧੀ ਨੂੰ ਆਪਣੇ ਸਾਹਮਣੇ ਜਿੰਦਾ ਸੜਦੀ ਨਹੀਂ ਦੇਖ ਸਕਦੇ। ਜੇ ਉਹ ਚਾਹੁੰਦੀ ਕਿ ਉਹ ਔਖੇ ਸੌਖੇ ਜ਼ਿੰਦਗੀ ਕੱਢਣ ਤਾਂ ਉਹ ਚਲੀ ਜਾਵੇ ਇੱਥੋਂ। ਤਾਂ ਉਸਨੇ ਉਸ ਵਕਤ ਇਹੀ ਸੋਚ ਉੱਥੋਂ ਚਲੀ ਗਈ ਹੋਸਟਲ ਕਿ ਗੱਲ ਠੰਡੀ ਹੋਈ ਤੇ ਬਾਪੂ ਜੀ ਦਾ ਗੁੱਸਾ ਠੰਡਾ ਹੋ ਉਹ ਉਹਨਾਂ ਨਾਲ ਗੱਲ ਕਰੇਗੀ। ਫਿਰ ਉਸਦੇ ਪੇਪਰ ਵੀ ਹੋ ਗਏ। ਉਹ ਰੋਜ਼ ਘਰ ਕਾਲ ਕਰਦੀ ਪਰ ਕੋਈ ਫੋਨ ਨਾ ਚੁੱਕਦਾ। ਪੇਪਰ ਖਤਮ ਬਾਅਦ ਉਹ ਘਰ ਗਈ ਤੇ ਉਸਦੇ ਬਾਪੂ ਜੀ ਨੇ ਉਸਨੂੰ ਇਹ ਕਹਿ ਕੇ ਬਾਹਰ ਕੱਢ ਦਿੱਤਾ ਕਿ ਜੇ ਉਹ ਉਹਨਾਂ ਨੂੰ ਜਿਉਂਦੇ ਦੇਖਣਾ ਚਾਹੁੰਦੀ ਹੈ ਤਾਂ ਚਲੀ ਜਾਵੇ ਇੱਥੋਂ ਤੇ ਮੁੜ ਸ਼ਕਲ ਨਾ ਦਿਖਾਵੇ। ਉਹ ਆਪਣੇ ਘਰ ਤੋਂ ਟੁੱਟੇ ਦਿਲ ਮੋੜ ਆਈ ਕਿ ਉਸਦੇ ਮਾਸੜ ਨੇ ਉਸਦੀ ਜ਼ਿੰਦਗੀ ਖਰਾਬ ਕਰ ਦਿੱਤੀ। ਹੁਣ ਉਸਨੇ ਉਸਦੇ ਮਾਸੜ ਖਿਲਾਫ ਰਿਪੋਰਟ ਕਰਨ ਦੀ ਸੋਚੀ ਤਾਂ ਉਹ ਪੁਲਿਸ ਸਟੇਸ਼ਨ ਗਈ ਤਾਂ ਉਸਨੇ ਰਿਪੋਰਟ ਦਰਜ ਕਰਵਾਈ ਪਰ ਉਸਨੂੰ ਉੱਥੋਂ ਵੀ ਇਹ ਕਹਿ ਮੋੜ ਦਿੱਤਾ ਗਿਆ ਕਿ ਉਸ ਕੋਲ ਕੋਈ ਗਵਾਹ ਜਾਂ ਸਬੂਤ ਨਹੀਂ ਸੀ ਤੇ ਮੈਡੀਕਲ ਲਈ ਵੀ ਬਹੁਤ ਵਕਤ ਬੀਤ ਚੁੱਕਾ ਸੀ। ਪਰ ਉਸਨੇ ਠਾਣ ਲਿਆ ਸੀ ਕਿ ਉਹ ਆਪਣੇ ਮਾਸੜ ਨੂੰ ਸਜ਼ਾ ਕਰਾ ਕੇ ਹੀ ਰਹੇਗੀ। ਫਿਰ ਉਸਨੂੰ ਇੱਥੇ ਦਿੱਲੀ ਨੌਕਰੀ ਲਈ ਕਾਲ ਆਈ ਤਾਂ ਉਹ ਇੱਥੇ ਆ ਗਈ ਇਸ ਆਸ ਵਿੱਚ ਕਿ ਉਹ 4 ਪੈਸੇ ਜੋੜ ਫਿਰ ਆਪਣੇ ਮਾਸੜ ਤੇ ਕੇਸ ਕਰ
ਆਪਣੇ ਆਪ ਨੂੰ ਇਨਸਾਫ ਦਿਵਾਏਗੀ। ਉਹ ਆਪਣਾ ਘਰ ਵੀ ਛੱਡ ਆਈ, ਆਪਣੇ ਬਾਪੂ ਜੀ ਵੀ ਜਿਨ੍ਹਾਂ ਉਸਨੂੰ ਇੰਨਾ ਪਿਆਰ ਦਿੱਤਾ, ਪਰ ਔਖੇ ਵਕਤ ਉਹਨਾਂ ਨੇ ਵੀ ਉਸਦਾ ਸਾਥ ਨਾ ਦਿੱਤਾ। ਇੱਥੇ ਆ ਰਾਜ ਨੂੰ ਮਿਲੀ ਤੇ ਉਹ ਸਭ ਭੁੱਲ ਜਾਣਾ ਚਾਹੁੰਦੀ ਸੀ ਤੇ ਆਪਣੀ ਜ਼ਿੰਦਗੀ ਦੇ ਘਰ ਉਸ ਨਾਲ ਵਸਾਉਣਾ ਚਾਹੁੰਦੀ ਸੀ, ਪਰ ਇੱਥੇ ਵੀ ਉਸਦੇ ਅਤੀਤ ਨੇ ਉਸਨੂੰ ਤੋੜ ਦਿੱਤਾ ਤੇ ਉਸਦੀ ਜ਼ਿੰਦਗੀ ਨਵੀਂ ਵਸਣ ਤੋਂ ਪਹਿਲਾਂ ਹੀ ਰੋਲ ਦਿੱਤੀ। ਬਸ ਇਹੀ ਉਸਦਾ ਅਤੀਤ ਸੀ। ਇਹ ਸਭ ਸੁਣ ਰਾਵੀ ਨੇ ਉਸਨੂੰ ਹੌਸਲਾ ਦਿੱਤਾ ਕਿ ਉਹ ਉਸਦੇ ਨਾਲ ਹੈ ਤੇ ਉਸਨੂੰ ਆਪਣਾ ਲਿਆ ਵਾਅਦਾ ਤੇ ਆਪਣੇ ਇਨਸਾਫ ਲਈ ਲੜਨਾ ਤੇ ਜੀਣਾ ਹੋਵੇਗਾ। ਅੱਜ ਪਹਿਲੀ ਵਾਰ ਉਸਦਾ ਹਾਲ ਸੁਣ ਕਿਸੇ ਨੇ ਉਸਨੂੰ ਹੌਸਲਾ ਤੇ ਨਾਲ ਖੜੇ ਹੋਣ ਦਾ ਅਹਿਸਾਸ ਕਰਵਾਇਆ। ਰਾਵੀ ਨੇ ਉਸਨੂੰ ਸਮਝਾਇਆ ਕਿ ਝੂਠ ਜਾਟ ਕੁਛ ਨਹੀਂ ਹੁੰਦੀ, ਅਸਲੀ ਪਵਿੱਤਰਤਾ ਤਾਂ ਮਨ ਦੀ ਹੁੰਦੀ ਹੈ, ਤਨ ਦੀ ਮੈਲ ਤਾਂ ਹਰ ਰੋਜ਼ ਧੋਈ ਜਾਂਦੀ ਹੈ। ਉਹ ਜਾਣਦਾ ਹੈ ਕਿ ਉਹ ਮਨ ਦੀ ਤੇ ਦਿਲ ਦੀ ਪਵਿੱਤਰ ਹੈ। ਉਸਨੇ ਦੱਸਿਆ ਕਿ ਝੂਠੇ ਤਾਂ ਉਹ ਹਨ ਜਿਨ੍ਹਾਂ ਨੇ ਉਸ ਤੇ ਬੁਰੀ ਨਜ਼ਰ ਰੱਖੀ ਤੇ ਉਸ ਨਾਲ ਦੁਰਵਿਵਹਾਰ ਕੀਤਾ। ਹੁਣ ਉਹ ਖੁਦ ਨੂੰ ਝੂਠ ਦੇ ਨਜ਼ਰੀਏ ਨਾਲ ਦੇਖਣਾ ਛੱਡ ਦੇਵੇ ਤੇ ਹੁਣ ਉਸ ਨੂੰ ਮਜ਼ਬੂਤ ਬਣਨਾ ਚਾਹੀਦਾ ਹੈ ਤੇ ਆਪਣੀ ਲੜਾਈ ਲੜਨੀ ਚਾਹੀਦੀ ਹੈ। ਰਾਵੀ ਨੇ ਕਿਹਾ ਕਿ ਪਹਿਲਾਂ ਤਾਂ ਉਹ ਕੁਝ ਦਿਨ ਕਿਸੇ ਤੀਰਥ ਜਗ੍ਹਾ ਘੁੰਮ ਆਵੇ ਤਾਂ ਰਾਵੀ ਨੇ ਉਸਨੂੰ ਉਸਦੇ ਦੋਸਤ ਦੇ ਪਰਿਵਾਰ ਨਾਲ ਤੇ ਉਸਦੇ ਅਗਲੇ ਕੁਝ ਦਿਨਾਂ ਬਾਅਦ ਹੇਮਕੁੰਡ ਸਾਹਿਬ ਜਾਣ ਬਾਰੇ ਦੱਸਿਆ। ਰਾਵੀ ਨੇ ਸੋਚਿਆ ਕਿ ਹੇਮਕੁੰਡ ਸਾਹਿਬ ਜੋ ਇਨਸਾਨ ਜਾਂਦਾ ਹੈ ਉਹ ਉੱਥੋਂ ਦੇ ਕਠਿਨਾਈ ਭਰੇ ਰਸਤੇ ਨਾਲ ਜੂਝ ਮਜ਼ਬੂਤ ਹੋ ਜਾਂਦਾ ਹੈ ਤੇ ਉਸਦਾ ਮਨ ਵੀ ਕੁਝ ਠਹਿਰ ਜਾਵੇਗਾ। ਬਾਕੀ ਦੀ ਕਹਾਣੀ ਅਗਲੇ ਭਾਗ ਵਿੱਚ। ਧੰਨਵਾਦ।